ਸਾਹਮਣੇ ਪੁਲਿਸ ਕਰਮਚਾਰੀ ਖੜੇ ਨੇ। ਜਿਹੜਾ ਨੁੱਕਰ ਦੇ ਵਿੱਚ ਇਸ ਦਰਖਤਾਂ ਦੇ ਨਾਗੋਂ ਦੀ ਤੁਹਾਨੂੰ ਕਮਾਦ ਨਜ਼ਰ ਆ ਰਿਹਾ, ਉਸ ਕਮਾਦ ਦੇ ਅੰਦਰ ਹੀ ਇਹ ਬਬਲੂ ਗੈਂਗਸਟਰ ਛਿਪਿਆ ਹੋਇਆ ਹੈ। ਤਾਂ ਇਸ ਕਮਾਦ ਦੇ ਉੱਤੇ ਡਰੋਨ ਉਡਾ ਕੇ ਸਾਰੀ ਇਹਦੀ ਲੋਕੇਸ਼ਨ ਜਿਹੜੀ ਹੈ ਬਬਲੂ ਗੈਂਗਸਟਰ ਦੀ ਉਹ ਜਾਂਚੀ ਜਾ ਰਹੀ ਹੈ। ਤੇ ਦੂਸਰੇ ਪਾਸੇ ਬੁਲਟ ਪ੍ਰੂਫ ਟਰੈਕਟਰ ਵੀ ਜਿਹੜੇ ਮੰਗਾ ਲਏ ਗਏ ਨੇ। ਇਹ ਜਿਹੜੀ ਰੋਡ ਹੈ ਤੁਸੀਂ ਦੇਖ ਸਕਦੇ ਹੋ ਕਿ ਇਸ ਰੋਡ ਦੇ ਉੱਤੇ ਹੀ तमाम ਮੀਡੀਆ ਨੂੰ ਰੋਕ ਕੇ ਰੱਖਿਆ ਹੋਇਆ ਹੈ। ਤੇ ਇਸ ਰੋਡ ਦੇ ਉੱਤੇ ਹੀ ਬਬਲੂ ਗੈਂਗਸਟਰ ਆਪਣੀ ਪਤਨੀ ਦੇ ਨਾਲ ਮੋਟਰਸਾਈਕਲ ਤੇ ਆ ਰਿਹਾ ਸੀ। ਤਾਂ ਉਸ ਤੋਂ ਬਾਅਦ ਹੀ ਜਦ ਪੁਲਿਸ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਭੱਜਣ ਦੇ ਦੌਰਾਨ ही पुलिस के उत्ते दो वैपन ਜਿਹੜੇ पिस्टल दो सी ਉਹਦੇ ਕੋਲ ਉਸ ਦੇ ਨਾਲ फायरिंग की। तस्वीरें ਤੁਸੀਂ देख लो कि ये सारी तमाम इत्थे पुलिस कर्मचारी ਜਿਹੜੇ ਨੇ ਇੱਥੇ खड़े ने। ਤਾਂ ਹੁਣ ਉਡੀਕ ਇਹੀ ਹੈ ਕਿ ਕਦੋਂ ਪੁਲਿਸ ਉਸ ਨੂੰ ਗ੍ਰਿਫਤਾਰ ਕਰਕੇ ਬਾਹਰ ਲਿਆਂਦੀ ਹੈ, ਕੀ ਹਾਲਾਤ ਹੁੰਦੇ ਨੇ ਜਾਂ ਫਿਰ ਕੀ ਜਾਣਕਾਰੀ ਪੁਲਿਸ ਦਿੰਦੀ ਹੈ ਅੱਗੇ, ਉਹ ਉਸ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਪਤਾ ਚੱਲ ਪਾਏਗਾ। ਪਰ ਇਹ ਜਿਹੜੀ ਸੜਕ ਤੁਸੀਂ ਦੇਖ ਰਹੇ ਹੋ ਇਸ ਦੇ ਉੱਤੇ ਹੀ ਇਹ ਕਮਾਦ ਹੈ ਜਿਸ ਦੇ ਅੰਦਰ ਉਹ ਛੁਪਿਆ ਹੋਇਆ ਹੈ। तमाम ਵੱਡੇ ਅਧਿਕਾਰੀ ਇੱਥੇ ਪਹੁੰਚੇ ਹੋਏ, ਉਹਨਾਂ ਨਾਲ ਗੱਲਬਾਤ ਵੀ ਕਰ ਲੈਂਦੇ ਆ। ਸਰ ਕੀ ਹੁਣ ਤਾਜ਼ਾ ਅਪਡੇਟ ਹੈਗੀ ਹੈ ਜੀ? सीनियर अफसर सर कुछ तो थोड़ा बहुत दसो कि की अपडेट हैगी है कि कितनी देर तक उन्हें गिरफ्तार कर लिया जाएगा? सर ਅਧਿਕਾਰੀ ਕੁਝ ਵੀ ਬੋਲ ਕੇ ਹਾਲੇ ਰਾਜੀ ਨਹੀਂ ਹਨ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਉੱਚ ਅਧਿਕਾਰੀਆਂ ਕੋਲੋਂ ਹੀ ਪਤਾ ਚੱਲ ਪਾਏਗਾ। ਪਰ तमाम ਤੁਸੀਂ ਇਲਾਕਾ ਦੇਖ ਲਓ ਕਿ ਕਿਸ ਤਰੀਕੇ ਨਾਲ ਇਸ ਸੜਕ ਨੂੰ ਪੁਲਿਸ ਨੇ ਚਾਰੇ ਪਾਸਿਓਂ ਘੇਰ ਕੇ ਰੱਖਿਆ ਹੋਇਆ ਹੈ। ਜਵਾਨ ਇੱਥੇ ਤੈਨਾਤ ਕੀਤੇ ਹੋਏ ਹਨ। ਤੇ ਇਹ ਜਿਹੜਾ ਛੋਟਾ ਜਿਹਾ ਜੰਗਲ ਇੱਕ ਨਜ਼ਰ ਆ ਰਿਹਾ ਦਰਖਤਾਂ ਦਾ, ਇਸ ਦੇ ਪਿੱਛੇ ਹੀ ਉਹ ਕਮਾਦ ਹੈ ਜਿਸ ਦੇ ਅੰਦਰ ਉਹ ਲੁਕਿਆ ਹੋਇਆ ਹੈ। ਇਸੇ ਰੋਡ ਦੇ ਉੱਤੋਂ ਹੀ ਬਬਲੂ ਜੋ ਗੈਂਗਸਟਰ ਹੈ ਆਪਣੀ ਪਤਨੀ ਦੇ ਨਾਲ ਮੋਟਰਸਾਈਕਲ ਤੇ ਆ ਰਿਹਾ ਸੀ। ਤਸਵੀਰਾਂ ਤੁਸੀਂ ਦੇਖ ਲਓ ਕਿਸ ਤਰੀਕੇ ਨਾਲ ਇਹ ਸਾਰੀਆਂ ਸਾਹਮਣੇ ਦੀਆਂ ਤਸਵੀਰਾਂ ਹਨ। ਪੁਲਿਸ ਅਧਿਕਾਰੀ ਇੱਥੇ तमाम ਖੜੇ ਹਨ। ਤਾਂ ਕਿਤੇ ਨਾ ਕਿਤੇ ਇਸ ਤੋਂ ਅੱਗੇ ਜਿਹੜਾ ਹੈ ਉਹ ਮੀਡੀਆ ਨੂੰ ਜਾਣ ਤੋਂ ਰੋਕਿਆ ਜਾ ਰਿਹਾ ਹੈ। ਤਾਂ ਹੁਣ ਫਿਲਹਾਲ ਜੋ ਤਾਜ਼ਾ ਜਾਣਕਾਰੀ ਹੈ ਕਿ ਉਸ ਦੀ ਲੋਕੇਸ਼ਨ ਜਿਹੜੀ ਹੈ ਉਹ ਜਾਂਚੀ ਜਾ ਰਹੀ ਹੈ ਡਰੋਨ ਦੇ ਜ਼ਰੀਏ। ਅਤੇ ਜਿਹੜਾ ਬੁਲਟ ਪ੍ਰੂਫ ਟਰੈਕਟਰ ਮੰਗਾਇਆ ਗਿਆ ਉਸ ਨੂੰ ਵੀ ਕਮਾਦ ਦੇ ਅੰਦਰ ਭੇਜਿਆ ਜਾਵੇਗਾ ਤਾਂ ਉਸ ਨੂੰ ਗ੍ਰਿਫਤਾਰ ਕੀਤਾ ਜਾਵੇਗਾ। ਦੂਸਰੇ ਪਾਸੇ ਜੇ ਗੱਲ ਕੀਤੀ ਜਾਵੇ ਬਟਾਲਾ ਪੁਲਿਸ ਦੀ, ਤਾਂ ਬਟਾਲਾ ਪੁਲਿਸ ਦੀ ਹਰ ਤਰ੍ਹਾਂ ਕੋਸ਼ਿਸ਼ ਹੈ ਕਿ ਇਸ ਨੂੰ ਜਿੰਦਾ ਗ੍ਰਿਫਤਾਰ ਕੀਤਾ ਜਾਵੇ, ਜਾਨੀ ਮਾਲੀ। ਤਾਂ ਦੂਸਰੇ ਪਾਸੇ ਅਨਾਉਂਸਮੈਂਟ ਵੀ ਜਿਹੜੀ ਹੈ ਉਹ ਪੁਲਿਸ ਦੇ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ ਕਿ ਬਬਲੂ ਤੂੰ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰ ਦੇ। ਪਰ ਹਾਲੇ ਤੱਕ ਉਸਨੇ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਨਹੀਂ ਕੀਤਾ। ਤਾਂ ਹੁਣ ਪੁਲਿਸ ਜੋ ਹੈ ਉਹ ਆਪਣੀ ਤਰੀਕੇ ਨਾਲ ਉਸ ਨੂੰ ਗ੍ਰਿਫਤਾਰ ਕਰਦੀ ਨਜ਼ਰ ਆ ਰਹੀ ਹੈ। ਅਧਿਕਾਰੀ ਜਿਹੜੇ ਨੇ ਥੱਲੇ ਦਰਜੇ ਦੇ ਉਹ ਕੁਝ ਵੀ ਬੋਲ ਕੇ ਰਾਜੀ ਨਹੀਂ ਹਨ। ਐਸਐਸਪੀ ਬਟਾਲਾ ਖੁਦ ਇਸ ਆਪਰੇਸ਼ਨ ਦੀ ਜਿਹੜੀ ਹੈ ਕਮਾਂਡ ਸੰਭਾਲਦੇ ਨਜ਼ਰ ਆ ਰਹੇ ਹਨ। ਤੇ ਉਮੀਦ ਜਤਾਈ ਜਾ ਰਹੀ ਹੈ ਕਿ ਜਲਦ ਹੀ ਬਬਲੂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਜੀ ਭੋਪਾਲ, ਕਿੰਨੀਆਂ ਟੀਮਾਂ ਪੰਜਾਬ ਦੀ ਪੁਲਿਸ ਦੀਆਂ ਇਸ ਆਪਰੇਸ਼ਨ ਦੇ ਵਿੱਚ ਭੂਮਿਕਾ ਨਿਭਾ ਰਹੀਆਂ ਨੇ? ਅੱਜ ਗੱਲ ਕੀਤੀ ਜਾਵੇ ਤਾਂ ਬਟਾਲਾ ਪੁਲਿਸ ਦੀ तमाम ਪੁਲਿਸ ਟੀਮ ਜਿਹੜੀ ਆ ਉਹ ਇੱਥੇ ਮੌਜੂਦ ਹੈ। ਦੂਸਰੇ ਪਾਸਿਓਂ ਗੁਰਦਾਸਪੁਰ ਪੁਲਿਸ ਦੀ ਟੀਮਾਂ ਵੀ ਇੱਥੇ ਬੁਲਾ ਲਈਆਂ ਗਈਆਂ ਹਨ। ਕਮਾਂਡੋ ਫੋਰਸ ਦੇ ਜਿਹੜੇ ਬਲੈਕ ਕਮਾਂਡੋ ਫੋਰਸ ਦੇ ਜਵਾਨ ਨੇ ਉਹ ਵੀ ਇੱਥੇ ਤੈਨਾਤ ਕੀਤੇ ਹੋਏ ਨੇ। ਜਿਹੜੇ ਕਮਾਦ ਹੈ ਉਸ ਨੂੰ ਚਾਰੇ ਪਾਸੇ ਤੋਂ ਘੇਰਿਆ ਹੋਇਆ। ਇੱਕ ਵਾਰ ਫਿਰ ਮੈਂ ਉਹ ਤਸਵੀਰਾਂ ਜ਼ਰੂਰ ਦਿਖਾਣੀਆਂ ਚਾਹਾਂਗਾ ਦਰਸ਼ਕਾਂ ਨੂੰ ਕਿ ਕਿਹੜੇ ਕਮਾਦ ਦੇ ਅੰਦਰ ਉਹ ਛਿਪਿਆ ਹੋਇਆ ਹੈ, ਕਿਉਂਕਿ ਉਸ ਕਮਾਦ ਦੇ ਉੱਤੇ ਹੁਣ ਜਿਹੜਾ ਡਰੋਨ ਹੈ ਉਹ ਜ਼ਰੂਰ ਉੱਡਦਾ ਨਜ਼ਰ ਆ ਰਿਹਾ। ਡਰੋਨ ਦੇ ਜ਼ਰੀਏ ਉਸ ਦੀ ਲੋਕੇਸ਼ਨ ਜਾਂਚੀ ਜਾ ਰਹੀ ਹੈ ਤਾਂ ਕਿ ਉਸ ਨੂੰ ਜਲਦ ਤੋਂ ਜਲਦ गिरफ्तार किया जाए। जिस किसान का कमाद है, जिस किसान के कमाद के अंदर छिपया होया है वो साडे नाल इत्थे मौजूद ने। इन्हां नाल पहलां गलबात कर लेने की कहना चाहते हैं। की नाम है जी अपना? गुरदीप सिंह। गुरदीप जी, कितना को वड्डा कमाद जिथे लुकिया है? 6 किले पैली है। लोगों का पता की है इत्थे वड़िया ही हो सकता, अगले पासे निकल गया होए। जरूरी थोड़ा हुण कमाद च ही बैठा। पर पुलिस ने तो चारे पासों घेरा पाया होया। उदों नहीं, जदों ये वड़िया उदों आल दुआले घेरा थोड़ा ही। उदों तो एक पासे पुलिस ही हो सकता, अगले पासे नहर है, एक पासे सूआ, वो पार नहीं कर गया। तुसी उस वेले अपनी अखी की देखिया जदों मौके ते सारी कार्रवाई हुई? ਅਸੀਂ ਭੱਜਦਾ ਵੇਖਿਆ। ਅੱਛਾ ਹਾਂ, ਉਦੋਂ ਸੂਏ ਦੇ ਵਿੱਚ ਵੜਿਆ। ਠੀਕ ਹੈ। ਜਦੋਂ ਅਸੀਂ ਆਇਆ ਸੂਏ ਦੇ ਵਿੱਚ ਵੜਿਆ, ਉਸ ਤੋਂ ਬਾਅਦ ਚ ਪੁਲਿਸ ਆਂਦੀ ਹੈ ਕਿ ਕਮਾਦ ਚ ਵੜਿਆ। ਠੀਕ ਹੈ। ਹੋ ਸਕਦਾ ਉਹ ਅਗਲੇ ਪਾਸੇ ਪੁਲਿਸ ਨਹੀਂ ਹੈਗੀ ਉਦੋਂ। ਹੋ ਸਕਦਾ ਕਮਾਦ ਪਾਰ ਕਰਕੇ ਅਗਲੇ ਨਹਿਰ ਪਾਰ ਕਰ ਗਿਆ ਹੋਏ, ਜਿਹੜਾ ਉੱਤੇ ਚੱਲਣ ਡਿਆ ਨਾ ਕੀ ਡਰੋਨ ਚੱਲਣ ਡਿਆ ਉਹਦੇ ਵਿੱਚ ਨਜ਼ਰ ਨਹੀਂ ਆ ਰਿਹਾ ਨਾ। ਜੇ ਤੇ ਉਹਦੇ ਚ ਨਜ਼ਰ ਆਉਂਦਾ ਕਿਤੇ ਕਮਾਦ ਹਿਲਦਾ ਜੁਲਦਾ ਤੇ ਫਿਰ ਤੇ ਕਮਾਦ ਚ ਹੋਏਗਾ। ਤੁਸੀਂ ਦੇਖਿਆ ਡਰੋਨ ਦੇ ਜਰੀਏ ਜਿਹੜੀਆਂ ਤਸਵੀਰਾਂ ਨਜ਼ਰ ਆਈਆਂ, ਤੁਸੀਂ ਦੇਖੀਆਂ ਆਪਣੀ? ਨਹੀਂ ਦਿਖਾਈਆਂ। ਮੈਂ ਤੇ ਇਹ ਕਰ ਸਕਦਾ ਤੇ ਮੈਨੂੰ ਵਰਦੀ ਪਾਓ, ਮੈਂ ਇਕੱਲਾ ਹੀ ਕੱਢ ਲਿਆਉਣਾ। ਫਿਰ ਤੁਹਾਨੂੰ ਕਿੱਦਾਂ ਪਤਾ ਕਿ ਡਰੋਨ ਦੇ ਜਰੀਏ ਜਿਹੜੀ ਤਸਵੀਰਾਂ ਨੇ ਉਹਦੇ ਵਿੱਚ ਕੁਝ ਨਜ਼ਰ ਨਹੀਂ ਆ ਰਿਹਾ? ਨਹੀਂ, ਨਜ਼ਰ ਨਹੀਂ ਆ ਰਿਹਾ ਤੇ ਤਾਂ ਹੀ ਇਹਨਾਂ ਨੂੰ ਦੱਸਣ ਦੇ ਨਾ। ਠੀਕ ਹੈ। ਜੇ ਨਜ਼ਰ ਆਉਂਦਾ ਹੋਏ ਤਾਂ ਫਿਰ ਤਾਂ ਝਟ ਪਤਾ ਲੱਗ ਜੇ। ਆਸ-ਪਾਸ ਇਸ ਕਮਾਦ ਦੇ ਆਸ-ਪਾਸ ਘਰ ਕਿੰਨੇ ਮੌਜੂਦ ਨੇ? ਆਸ-ਪਾਸ ਕਾਫੀ ਘਰ ਨੇ, ਪਿੰਡ ਆ ਛੋਟਾ ਜਿਹਾ। ਤੇ ਹੋ ਸਕਦਾ ਫਿਰ ਕਿਸੇ ਦੇ ਘਰ ਵੀ ਵੜ ਗਿਆ ਹੋਵੇ। ਹੋ ਸਕਦਾ। ਜਦੋਂ ਤੁਸੀਂ ਉਹਨੂੰ ਦੇਖਿਆ ਭਜਦਿਆਂ, ਉਹ ਜ਼ਖਮੀ ਹੋਇਆ ਸੀ? ਕਿਉਂਕਿ ਪੁਲਿਸ ਦੇ ਵੱਲੋਂ ਇਹੀ ਕਿਹਾ ਜਾ ਰਿਹਾ ਕਿ ਉਹ ਜ਼ਖਮੀ ਹੋਇਆ। ਜ਼ਖਮੀ ਹੋਇਆ। ਜ਼ਖਮੀ ਠੀਕ ਹੈ। ਲੱਤ ਤੇ ਗੋਲੀ ਗੋਲੀ ਵੱਜੀ ਆ, ਕਿਤੇ ਵੱਜੀ ਆ, ਲਹੂ ਆਂਦੇ ਵਗਿਆ। ਤੇ ਕਿਸ ਚੀਜ਼ ਤੇ ਆ ਰਿਹਾ ਸੀ ਉਹ ਇੱਥੇ? ਕਿੱਦਾਂ ਪੁਲਿਸ ਦੇ ਨਾਲ? ਇੱਕ ਨੱਤ ਪਿੰਡ ਆ ਲੱਗ ਗਈ, ਸਾਡਾ ਪਿੰਡ ਨਾਤੀ ਆ, ਅੱਗੇ ਦੋਵਾਂ ਪਿੰਡਾਂ 'ਚ ਪੈਲੀ ਆ। ਉੱਥੋਂ ਮੋਟਰਸਾਈਕਲ ਤੇ ਆਉਂਦਾ ਸੀ, ਮੋਟਰਸਾਈਕਲ ਸੁੱਟ ਕੇ ਦੌੜਿਆ।
ਠੀਕ ਹੈ। ਇਹਦੇ ਨਾਲ ਕੌਣ ਸੀ ਮੋਟਰਸਾਈਕਲ ਤੇ? ਮੋਟਰਸਾਈਕਲ ਤੇ ਜਾਣ ਵੇਖਿਆ ਤਾਂ ਨਹੀਂ ਮੈਂ, ਮੋਟਰਸਾਈਕਲ ਜੋ ਸੁੱਟਿਆ ਆਂਦੇ ਨੇ ਇੱਕ ਛੋਟੀ ਜੀ ਬੇਟੀ ਸੀ ਤੇ ਇੱਕ ਇਹਦੀ ਘਰ ਦੀ। ਠੀਕ ਹੈ ਹਾਂਜੀ ਜੀ, ਬਿਲਕੁਲ ਇਹ ਉਹ ਨੇ ਜਿਨ੍ਹਾਂ ਦੇ ਖੇਤ ਦੇ ਵਿੱਚ ਜਿਹੜਾ ਬਬਲੂ ਹੈ ਲੁਕਿਆ ਹੋਇਆ, ਤੇ ਇਹਨਾਂ ਦਾ ਕਹਿਣਾ ਹੈ ਕਿ 6 ਏਕੜ ਦਾ ਇਹ ਖੇਤ ਹੈ। ਪਰ ਹੋ ਸਕਦਾ ਹੈ, ਕਿਉਂਕਿ ਇਹਨਾਂ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਉਹ ਭੱਜ ਗਿਆ ਹੋਵੇ, ਕਿਉਂਕਿ ਜਦੋਂ ਉਹ ਭੱਜ ਕੇ ਖੇਤ 'ਚ ਵੜਿਆ ਤਦ ਪੁਲਿਸ ਨੇ ਕੋਈ ਵੀ ਘੇਰਾਬੰਦੀ ਨਹੀਂ ਸੀ ਕੀਤੀ ਤੇ ਉਸੇ ਦੌਰਾਨ ਹੀ ਹੋ ਸਕਦਾ ਹੈ ਕਿ ਉਹ ਭੱਜ ਵੀ ਗਿਆ ਹੋਵੇ। ਪਰ ਪੁਲਿਸ ਦਾ ਕਹਿਣਾ ਹੈ ਕਿ ਉਹ ਹਾਲੇ ਵੀ ਇੱਥੇ ਛੁਪਿਆ ਹੋਇਆ, ਇਸੇ ਕਾਰਨ ਹੀ ਬੁਲਟ ਪ੍ਰੂਫ ਟਰੈਕਟਰ ਮੰਗਾਇਆ ਗਿਆ ਹੈ, ਡਰੋਨ ਮੰਗਾਇਆ ਗਿਆ ਹੈ, ਜਿਸ ਦੇ ਜ਼ਰੀਏ ਉਸ ਦੀ ਲੋਕੇਸ਼ਨ ਜਾਂਚੀ ਜਾ ਰਹੀ ਹੈ। ਦੂਸਰੇ ਪਾਸੇ ਤੁਹਾਨੂੰ ਮੈਂ ਤਸਵੀਰਾਂ ਅੱਗੇ ਵੀ ਥੋੜਾ ਜਾ ਕੇ ਕੋਸ਼ਿਸ਼ ਕਰਦੇ ਹਾਂ ਦਿਖਾਉਣ ਦੀਆਂ ਕਿ ਕਿਸ ਤਰੀਕੇ ਦੀਆਂ ਤਸਵੀਰਾਂ ਇੱਥੋਂ ਨਜ਼ਰ ਆ ਰਹੀਆਂ ਹਨ। ਤੁਸੀਂ ਦੇਖ ਸਕਦੇ ਹੋ ਕਿ ਅਸੀਂ ਹੁਣ ਇਸ ਰਸਤੇ ਕਿਸੇ ਤਰ੍ਹਾਂ ਉਸ ਜਗ੍ਹਾ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦੇ ਹਾਂ ਜਿਸ ਕਮਾਦ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਬਬਲੂ ਜੋ ਹੈ ਗੈਂਗਸਟਰ ਜੋ ਹੈ ਲੁਕਿਆ ਹੋਇਆ ਹੈ, ਤੇ ਉਸ ਕਮਾਦ ਨੂੰ ਜਿਹੜਾ ਹੈ ਪੁਲਿਸ ਦੇ ਵੱਲੋਂ ਘੇਰਾਬੰਦੀ ਕੀਤੀ ਹੋਈ ਹੈ। ਫਿਲਹਾਲ ਜਿਹੜੀ ਫਾਇਰਿੰਗ ਹੈ ਉਹ ਪੁਲਿਸ ਵੱਲੋਂ ਰੋਕੀ ਹੋਈ ਹੈ ਅਤੇ ਅਧਿਕਾਰੀਆਂ ਵੱਲੋਂ ਵੀ ਪੁਲਿਸ ਕਰਮਚਾਰੀਆਂ ਨੂੰ ਇਹੀ ਹੁਕਮ ਦਿੱਤੇ ਗਏ ਨੇ ਕਿ ਜਦ ਤੱਕ ਉੱਚ ਅਧਿਕਾਰੀਆਂ ਦੇ ਹੁਕਮ ਨਹੀਂ ਆਉਂਦੇ ਤਦ ਤੱਕ ਕੋਈ ਵੀ ਫਾਇਰਿੰਗ ਕਿਸੇ ਵੱਲੋਂ ਵੀ ਨਹੀਂ ਕੀਤੀ ਜਾਵੇਗੀ। ਤੁਸੀਂ ਦੇਖ ਸਕਦੇ ਹੋ ਕਿ ਇਸ ਜਗ੍ਹਾ ਦੇ ਉੱਤੇ ਹੀ ਜਿਹੜਾ ਅੱਗੇ ਚੱਲ ਕੇ ਉਹ ਕਮਾਦ ਹੈ ਜਿੱਥੇ ਬਬਲੂ ਗੈਂਗਸਟਰ ਛਿਪਿਆ ਹੋਇਆ। ਦੂਸਰੇ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਕਰਮਚਾਰੀ ਵੀ ਇੱਥੇ ਖੜੇ ਹਨ। ਇਸੇ ਤਰੀਕੇ ਨਾਲ ਹੀ ਛੱਤਾਂ ਦੇ ਉੱਤੇ ਵੀ ਜਿਹੜੀਆਂ ਇਸ ਕਮਾਦ ਦੇ ਆਸ-ਪਾਸ ਛੱਤਾਂ ਪੈਂਦੀਆਂ ਹਨ ਉਸ ਦੇ ਉੱਤੇ ਵੀ ਪੁਲਿਸ ਕਰਮਚਾਰੀ ਖੜੇ ਹਨ। ਇਹ ਸਾਹਮਣੇ ਜਿਹੜੀਆਂ ਕਮਾਦ ਹੈ ਇਸੇ ਕਮਾਦ ਦੇ ਅੰਦਰ ਹੀ ਲੁਕਿਆ ਹੋਇਆ। ਤੇ ਦੂਸਰੇ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਗੁਰਦੁਆਰਾ ਸਾਹਿਬ ਦੀ ਇਮਾਰਤ ਹੈ, ਰਿਹਾਇਸ਼ੀ ਮਕਾਨ ਹਨ ਅਤੇ ਹੋਰ ਵੀ ਖੇਤ ਹਨ। ਤਾਂ ਕਿਤਨਾ ਕਿਤੇ ਹੁਣ ਜਿਹੜਾ ਇਸ ਖੇਤ ਦਾ ਮਾਲਕ ਹੈ ਉਸ ਨਾਲ ਅਸੀਂ ਜਦ ਗੱਲਬਾਤ ਕੀਤੀ ਤਾਂ ਉਸ ਦਾ ਕਹਿਣਾ ਸੀ ਕਿ ਹੋ ਸਕਦਾ ਹੈ ਕਿ ਬਬਲੂ ਇੱਥੋਂ ਅੱਗੇ ਕਿਤੇ ਭੱਜ ਗਿਆ ਹੋਵੇ, ਕਿਉਂਕਿ ਜਦੋਂ ਉਹ ਮੋਟਰਸਾਈਕਲ ਤੋਂ ਡਿੱਗਿਆ, ਜਦੋਂ ਉਸਨੇ ਫਾਇਰਿੰਗ ਕੀਤੀ ਤਾਂ ਪੁਲਿਸ ਕੋਲੋਂ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਉਹ ਇਸ ਕਮਾਦ 'ਚ ਵੜ ਗਿਆ। ਪਰ ਉਸ ਵੇਲੇ ਪੁਲਿਸ ਨੇ ਇਸ ਕਮਾਦ ਨੂੰ ਘੇਰਾਬੰਦੀ ਨਹੀਂ ਸੀ ਕੀਤੀ ਹੋਈ, ਤਾਂ ਹੋ ਸਕਦਾ ਹੈ ਕਿ ਪੁਲਿਸ ਦੀ ਘੇਰਾਬੰਦੀ ਤੋਂ ਪਹਿਲਾਂ ਹੀ ਉਹ ਇੱਥੋਂ ਨਿਕਲ ਗਿਆ ਹੋਵੇ। ਹੁਣ ਦੇਖਣਾ ਇਹ ਹੋਏਗਾ ਕਿ ਪੁਲਿਸ ਉਸ ਨੂੰ ਗ੍ਰਿਫਤਾਰ ਕਰ ਪਾਉਂਦੀ ਹੈ ਜਾਂ ਫਿਰ ਪੁਲਿਸ ਦੇ ਹੱਥ ਖਾਲੀ ਰਹਿ ਜਾਂਦੇ ਨੇ ਜੀ। ਪਰ ਭੋਪਾਲ ਸਭ ਤੋਂ ਵੱਡੀ ਚਰਚਾ ਤਾਂ ਇਸ ਵਿਸ਼ੇ ਤੇ ਵੀ ਹੋਣੀ ਚਾਹੀਦੀ ਹੈ ਕਿ ਆਖਰਕਾਰ ਪੁਲਿਸ ਨੂੰ 3 ਘੰਟਿਆਂ ਤੋਂ ਵੱਧ ਜਿਹੜੀ ਜ਼ੋਰ ਅਜ਼ਮਾਇਸ਼ ਪੁਲਿਸ ਕਰ ਰਹੀ ਹੈ, ਤੁਹਾਡੇ ਦੱਸਣ ਮੁਤਾਬਕ ਹਾਲੇ ਤੱਕ ਕੋਈ ਗ੍ਰਿਫਤਾਰੀ ਸੰਭਵ ਨਹੀਂ ਮੰਨੀ ਗਈ। ਪਰ ਕੁਝ ਸੋਰਸ ਇਸ ਚੀਜ਼ ਦੀ ਜਾਣਕਾਰੀ ਦਿੰਦੇ ਨੇ ਕਿ ਅਰੈਸਟ ਪੁਲਿਸ ਨੇ ਕਰ ਰਹੀ ਹੈ। ਕੀ ਪੰਜਾਬ ਪੁਲਿਸ ਦੇ ਆਲਾ ਅਫਸਰ ਇਸ ਸੰਬੰਧੀ ਜਾਣਕਾਰੀ ਦੀ ਸਾਂਝ ਕਦੋਂ ਪਾਉਣਗੇ, ਕਦੋਂ ਇਸ ਪੂਰੇ ਮਾਮਲੇ ਤੇ ਕਲੈਰਿਟੀ ਹੋਏਗੀ? ਜੇ ਗ੍ਰਿਫਤਾਰ ਕੀਤਾ ਗਿਆ ਹੈ ਤਾਂ ਕਿੱਥੇ ਰੱਖਿਆ ਗਿਆ, ਜੇ ਗ੍ਰਿਫਤਾਰ ਨਹੀਂ ਕੀਤਾ ਗਿਆ ਤਾਂ ਆਖਰਕਾਰ ਪੁਲਿਸ ਕੀ ਕਰ ਰਹੀ ਹੈ? ਦੇਖੋ ਜਿਸ ਤਰੀਕੇ ਨਾਲ ਅਸੀਂ ਡੀਐਸਪੀ ਰੈਂਕ ਦੇ ਅਧਿਕਾਰੀ ਨਾਲ ਗੱਲਬਾਤ ਕਰਨੀ ਚਾਹੀ ਪਰ ਉਸ ਨੇ ਕੋਈ ਵੀ ਸਾਨੂੰ ਜਾਣਕਾਰੀ ਨਹੀਂ ਦਿੱਤੀ। ਇੱਕ ਹੀ ਲਫ਼ਜ਼ ਬੋਲੇ ਕਿ ਉੱਚ ਅਧਿਕਾਰੀਆਂ ਨਾਲ ਗੱਲ ਕੀਤੀ ਜਾਵੇ। ਇਸ ਤੋਂ ਸਾਫ਼ ਸਿੱਧ ਹੈ ਕਿ ਜਿਹੜੇ ਉੱਚ ਅਧਿਕਾਰੀ ਹਨ, ਐਸਐਸਪੀ ਜੋ ਬਟਾਲਾ ਹਨ, ਉਹਨਾਂ ਨੇ ਹੀ ਸ਼ਾਇਦ ਹੁਕਮ ਜਾਰੀ ਕੀਤੇ ਹੋਣ ਕਿ ਕੋਈ ਵੀ ਅਧਿਕਾਰੀ ਬਿਨਾਂ ਆਗਿਆ ਤੋਂ ਮੀਡੀਆ ਨਾਲ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕਰੇਗਾ। ਇਸੇ ਦੇ ਚਲਦਿਆਂ ਹੀ ਛੋਟੇ ਜਿਹੜੇ ਅਧਿਕਾਰੀ ਨੇ ਉਹ ਕੋਈ ਵੀ ਜਾਣਕਾਰੀ ਦੇਣ ਤੋਂ ਰਾਜੀ ਨਹੀਂ ਹੁੰਦੇ ਨਜ਼ਰ ਆ ਰਹੇ। ਦੂਸਰੇ ਪਾਸੇ ਉੱਚ ਅਧਿਕਾਰੀਆਂ ਤੱਕ ਮੀਡੀਆ ਨੂੰ ਪਹੁੰਚਣ ਹੀ ਨਹੀਂ ਦਿੱਤਾ ਜਾ ਰਿਹਾ। ਅਸੀਂ ਵੀ ਕੋਸ਼ਿਸ਼ ਕੀਤੀ ਸੀ ਕਿ ਅੱਗੇ ਜਾ ਕੇ ਕੁਝ ਤਸਵੀਰਾਂ ਦਿਖਾ ਸਕੀਏ ਜਾਂ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰ ਸਕੀਏ, ਪਰ ਸਾਨੂੰ ਵੀ ਰਸਤੇ ਵਿੱਚ ਹੀ ਰੋਕ ਦਿੱਤਾ ਗਿਆ। ਤਾਂ ਹੁਣ ਅਸੀਂ ਦੂਸਰੇ ਪਾਸਿਓਂ ਉਸ ਕਮਾਦ ਦੇ ਬਿਲਕੁਲ ਸਾਹਮਣੇ ਖੜੇ ਹਾਂ ਜਿੱਥੇ ਬਬਲੂ ਦਾ ਦੱਸਿਆ ਜਾ ਰਿਹਾ ਹੈ ਕਿ ਉਹ ਛੁਪਿਆ ਹੋਇਆ ਹੈ। ਜ਼ਖਮੀ ਜ਼ਰੂਰ ਹੋਇਆ ਹੈ, ਖੇਤ ਦੇ ਮਾਲਕ ਨੇ ਖੁਦ ਦੱਸਿਆ ਹੈ, ਅੱਖੀ ਉਹਨਾਂ ਨੇ ਜੋ ਕੁਝ ਦੇਖਿਆ ਉਹ ਦੱਸਿਆ ਹੈ। ਤਾਂ ਨਾਲ ਹੀ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਉਹਨਾਂ ਨੂੰ ਸ਼ੱਕ ਹੈ ਕਿ ਸ਼ਾਇਦ ਉਹ ਇਸ ਕਮਾਦ ਦੇ ਵਿੱਚ ਨਾ ਲੁਕਿਆ ਹੋਵੇ। ਪਰ ਪੁਲਿਸ ਫਿਲਹਾਲ ਇਹੀ ਕਹਿੰਦੀ ਨਜ਼ਰ ਆ ਰਹੀ ਹੈ ਕਿ ਉਹ ਇਸ ਕਮਾਦ ਦੇ ਅੰਦਰ ਹੀ ਹੈ। ਇਸੇ ਕਾਰਨ ਹੀ ਡਰੋਨ ਵੀ ਮੰਗਵਾਇਆ ਗਿਆ ਹੈ, ਬੁਲਟ ਪ੍ਰੂਫ ਟਰੈਕਟਰ ਵੀ ਮੰਗਵਾਇਆ ਗਿਆ ਹੈ। ਪਰ ਇਸ ਲੰਬੀ ਕਾਰਵਾਈ ਦੇ ਵਿੱਚ ਅਗਰ ਗੈਂਗਸਟਰ ਬਬਲੂ ਪੁਲਿਸ ਦੇ ਹੱਥੇ ਨਹੀਂ ਚੜਦਾ ਤਾਂ ਵੱਡੇ ਸਵਾਲ ਜਿਹੜੇ ਨੇ ਪੁਲਿਸ ਕਾਰਵਾਈ ਤੇ ਵੀ ਹੋ ਸਕਦੇ ਨੇ। ਪੁਲਿਸ ਦੇ ਵੱਲੋਂ ਜੋ ਇੱਥੇ ਕਾਰਵਾਈ ਕੀਤੀ ਗਈ ਉਸ ਦੇ ਉੱਤੇ ਵੀ ਖੜੇ ਹੋ ਸਕਦੇ ਨੇ। ਫਿਲਹਾਲ ਹਾਲੇ ਬਬਲੂ ਦੀ ਕੋਈ ਵੀ ਗ੍ਰਿਫਤਾਰੀ ਦੀ ਜਿਹੜੀ ਹੈ ਉਹ ਖਬਰ ਸਾਹਮਣੇ ਆਉਂਦੀ ਨਜ਼ਰ ਨਹੀਂ ਆ ਰਹੀ ਜੀ। ਫਿਲਹਾਲ ਪੁਲਿਸ ਕਿਸ ਤਰ੍ਹਾਂ ਦੇ ਐਕਸ਼ਨ ਦੇ ਵਿੱਚ ਹੈ ਭੋਪਾਲ, ਇਸ ਚੀਜ਼ ਦੀ ਵੀ ਜਾਣਕਾਰੀ ਦਿਓ। ਫਿਲਹਾਲ ਤੁਸੀਂ ਜਾਣਕਾਰੀ ਦਿੱਤੀ ਹੈ ਕਿ ਖਦਸ਼ਾ ਇਹ ਹੈ ਕਿ ਹੋ ਸਕਦਾ ਹੈ ਕਿ ਗੈਂਗਸਟਰ ਬਬਲੂ ਇੱਥੋਂ ਫਰਾਰ ਹੋਣ 'ਚ ਸਫਲ ਹੋਇਆ ਹੋਵੇ, ਪਰ ਪੁਲਿਸ ਦੀਆਂ ਟੀਮਾਂ ਕਿਸ ਤਰ੍ਹਾਂ ਹੁਣ ਲਾਮਬੰਦੀ ਕਰ ਰਹੀਆਂ? ਜੀ ਬਿਲਕੁਲ ਦੇਖੋ ਪੁਲਿਸ ਦੀਆਂ ਟੀਮਾਂ ਜਿਹੜੀਆਂ ਨੇ ਉਹ ਉਹਨਾਂ ਦੇ ਵੱਲੋਂ ਪੁਖਤਾ ਇੰਤਜ਼ਾਮ ਕਰਕੇ ਇਸ ਸਾਰੇ ਕਮਾਦ ਨੂੰ ਘੇਰਿਆ ਹੋਇਆ ਹੈ। ਤਸਵੀਰਾਂ ਇੱਕ ਵਾਰ ਮੈਂ ਫੇਰ ਸਾਂਝੀਆਂ ਕਰ ਦੇਣਾ ਚਾਹੁੰਦਾ ਹਾਂ ਤੇ ਆਪਣੇ ਦਰਸ਼ਕਾਂ ਨੂੰ ਇਹ ਦੱਸਣ ਦੀ ਕੋਸ਼ਿਸ਼ ਵੀ ਇਹ ਤੁਹਾਨੂੰ 10 ਮਿੰਟ ਬਾਅਦ ਚ ਸਾਰਾ ਡਿਸਕਲੋਜ਼ ਕਰਦੇ ਹਾਂ। ਠੀਕ ਹੈ ਸਰ।